ਗੁੱਡ ਮਾਰਨਿੰਗ ਸਟੂਡੈਂਟ। ਸੋ ਆਪਾਂ ਗੱਲ ਕਰਦੇ ਪਏ ਸੀਗੇ ਹਿਸਟਰੀ ਦੀ ਚੈਪਟਰ 5 ਦੀ ਥੀਮ 5 ਥਰੂ ਦੀ ਆਈਸ ਆਫ ਟਰੈਵਲਰ, ਜਿਸ ਦੇ ਵਿੱਚ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਵੀ 10th ਸੈਂਚੁਰੀ ਤੋਂ ਲੈ ਕੇ 7th ਸੈਂਚੁਰੀ ਤੱਕ ਜਿਹੜੇ ਆਪਣੇ ਕੋਲ 3 ਟਰੈਵਲਰ ਆਏ ਸੀ, ਅਲ ਬਰੂਨੀ, ਇਬਨ ਬਤੂਤਾ ਅਤੇ ਥਰਡ ਬੈਰੀਨਰ। ਅਲ ਬਰੂਨੀ ਆਪਣੇ ਕੋਲ ਆਇਆ ਸੀ ਇੰਡੀਆ ਦੇ ਵਿੱਚ 11th ਸੈਂਚੁਰੀ ਦੇ ਵਿੱਚ, ਇਬਨ ਬਤੂਤਾ 14th ਸੈਂਚੁਰੀ ਦੇ ਵਿੱਚ, ਅਤੇ ਬੈਰੀਨਰ ਜਿਹੜਾ ਜਿਸ ਦੀ ਆਪਾਂ ਅੱਜ ਗੱਲ ਕਰਨੀ ਹੈ 17th ਸੈਂਚੁਰੀ ਦੇ ਵਿੱਚ। ਸੋ ਇੱਕ ਵਾਰੀ ਆਪਾਂ ਰਿਵੀਜ਼ਨ ਕਰਦੇ ਹਾਂ। ਅਲ ਬਰੂਨੀ ਜਦੋਂ ਸਟਾਰਟਿੰਗ ਦੇ ਵਿੱਚ ਆਇਆ ਸੀ ਤਾਂ ਇੰਡੀਆ ਦੇ ਵਿੱਚ ਸਾਰਾ ਜਦੋਂ ਵੀ ਇਹਨੇ ਟਰੈਵਲ ਕੀਤਾ ਦੇਖਿਆ, ਅਤੇ 1017 ਦੇ ਵਿੱਚ ਯਾਨੀ ਕਿ ਸੁਲਤਾਨ ਮੁਹੰਮਦ ਦੁਆਰਾ ਇਹਨੂੰ ਕੈਪਚਰ ਕਰਕੇ ਖਵਾਰਿਜ਼ਮ ਦਾ ਰਹਿਣ ਵਾਲਾ ਸੀ। ਖਵਾਰਿਜ਼ਮ ਤੋਂ ਯਾਨੀ ਕਿ ਗਜ਼ਨੀ ਦੇ ਵਿੱਚ ਯਾਨੀ ਕਿ ਲਿਆਂਦਾ ਗਿਆ ਸੀ, ਜਿਹੜੀ ਸੁਲਤਾਨ ਮੁਹੰਮਦ ਦੀ ਕੈਪੀਟਲ ਸੀ। ਉਸ ਤੋਂ ਬਾਅਦ ਕਹਿੰਦੇ ਆਪਣੀ ਡੈਥ ਦੇ 70 ਸਾਲ ਤੱਕ ਯਾਨੀ ਕਿ ਇੰਡੀਆ ਦੇ ਵਿੱਚ ਇਹਨੇ ਵਿਜ਼ਿਟ ਕੀਤਾ। ਅਤੇ ਉਸ ਤੋਂ ਬਾਅਦ ਅਲ ਬਰੂਨੀ ਨੇ ਇੱਕ ਕਿਤਾਬ ਲਿਖੀ, ਜਿਹੜੀ ਕਿਤਾਬ ਹੈਂਡ ਵੈਰੀ ਇੰਪੋਰਟੈਂਟ ਹੈ, ਕਈ ਵਾਰ ਇਹਨੂੰ ਫਾਈਨਲ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਅਤੇ 80 ਚੈਪਟਰ ਦੇ ਵਿੱਚ ਇਸ ਨੂੰ ਡਿਵਾਈਡ ਕੀਤਾ ਗਿਆ। ਲਿਖੀ ਕਿਹੜੀ ਲੈਂਗੁਏਜ ਦੇ ਵਿੱਚ ਗਈ? ਅਰਬੀ ਲੈਂਗੁਏਜ ਦੇ ਵਿੱਚ। ਸੋ ਉਸ ਤੋਂ ਬਾਅਦ ਆਪਾਂ ਸੈਕਿੰਡ ਗੱਲ ਕੀਤੀ ਸੀਗੀ ਇਬਨ ਬਤੂਤਾ ਦੀ, ਅਤੇ ਇਬਨ ਬਤੂਤਾ ਦੀ ਬੁੱਕ ਰਿਹਾਲਾ। ਸੋ ਇਬਨ ਬਤੂਤਾ ਮੋਰੱਕੋ ਟਰੈਵਲਰ ਸੀ। ਮੋਰੱਕੋ ਦੇ ਟੈਂਗੀਰ ਸਿਟੀ ਦੇ ਵਿੱਚ ਇਸ ਦਾ ਜਨਮ ਹੋਇਆ ਸੀ, ਅਤੇ ਮੁਹੰਮਦ ਬਿਨ ਤੁਗਲਕ ਦੇ ਟਾਈਮ ਇਹ ਇੰਡੀਆ ਦੇ ਵਿੱਚ ਆਉਂਦਾ, ਅਤੇ ਕਾਫੀ ਜ਼ਿਆਦਾ ਯਾਨੀ ਕਿ ਇਹਨੂੰ ਘੁੰਮਣ ਫਿਰਨ ਦਾ ਸ਼ੌਂਕ ਹੁੰਦਾ। ਇੰਡੀਆ ਤੋਂ ਬਾਹਰ ਦੇ ਜਿੰਨੇ ਵੀ ਸਾਰੇ ਦੇਸ਼ ਸੀ ਨਾਲ ਲੱਗਦੇ ਉੱਥੋਂ ਤੱਕ ਵਿਜ਼ਿਟ ਕਰਦਾ। ਚਾਈਨਾ ਦੇ ਵਿੱਚ ਜਾਂਦਾ, ਚਾਈਨਾ ਦੇ ਵਿੱਚੋਂ ਫਿਰ 1347 ਦੇ ਵਿੱਚ ਆਪਦੇ ਦੇਸ਼ ਵਾਪਸ ਮੋਰੱਕੋ ਚਲਾ ਜਾਂਦਾ। ਅਤੇ ਮੋਰੱਕੋ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਵੀ ਇਬਨ ਜਜਈ ਸੀ ਜਿਹੜਾ ਉਸ ਟਾਈਮ ਮੋਰੱਕੋ ਦਾ ਕਿੰਗ ਸੀ, ਉਸਦੇ ਦੁਆਰਾ ਇਹਨੂੰ ਜਿਹੜੀ ਇਬਨ ਜਜਈ ਸੀ ਤਾਂ ਉਹ ਇਹਦੀ ਜਿਹੜੀ ਬੁੱਕ ਸੀਗੀ ਉਹਨੂੰ ਪੁਆਇੰਟ ਕੀਤਾ ਜਾਂਦਾ ਵੀ ਜਿਹੜਾ ਵੀ ਇਬਨ ਬਤੂਤਾ ਦੇ ਜਿੰਨੀ ਵੀ ਉਸਨੇ ਯਾਤਰਾ ਕੀਤੀ ਹੈ ਵੀ ਉਸਨੂੰ ਸਾਰਾ ਇੱਕ ਬੁੱਕ ਦੇ ਵਿੱਚ ਰਿਕਾਰਡ ਕੀਤਾ ਜਾਏ। ਸੋ ਉਹਨੂੰ ਰਿਕਾਰਡ ਕਰਨ ਵਾਲਾ ਕੌਣ ਸੀਗਾ? ਇਬਨ ਜੁਜਈ। ਅਤੇ ਇਸ ਦੇ ਵਿੱਚ ਇੱਕ ਆਪਣੀ ਚੀਜ਼ ਰਹਿ ਗਈ ਸੀ 2.2 ਦੇ ਵਿੱਚ, ਥੋੜ੍ਹੀ ਜਿਹੀ ਆਪਾਂ ਇਹ 'ਤੇ ਗੱਲ ਕਰ ਲਈਏ। ਦੀ ਇੰਜੋਇਮੈਂਟ ਆਫ ਕਿਊਰੀਓਸਿਟੀਜ਼, ਯਾਨੀ ਕਿ ਜਗਿਆਸੂ। ਕਿਊਰੀਓਸਿਟੀ ਮਤਲਬ ਜਗਿਆਸੂ, ਜਿਹੜੇ ਵੀ ਇੰਜੋਇਮੈਂਟ ਮਤਲਬ ਵੀ ਇਹਦੇ ਵਿੱਚ ਸਿਰਫ ਬਸ ਇਹਨਾਂ ਨੇ ਮੇਨ ਕੀ ਦੱਸਿਆ, ਕਹਿੰਦੇ ਐਜ਼ ਵੀ ਹੈਵ ਸੀਨ ਇਬਨ ਬਤੂਤਾ ਵਾਜ਼ ਇਨ ਵਰਟੇ ਟਰੈਵਲਰ ਹੂ ਸਪੈਂਟਡ ਸੈਵਰਲ ਈਅਰਸ ਟਰੈਵਲਿੰਗ ਥਰੂ ਨਾਰਥ ਅਫਰੀਕਾ, ਵੈਸਟ ਏਸ਼ੀਆ। ਬਸ ਇਹਨਾਂ ਨੇ ਮੇਨ ਇਹੀ ਦੱਸਿਆ ਹੋਇਆ ਵੀ ਇਬਨ ਬਤੂਤਾ ਸੀ ਜਿਹੜਾ ਕਿੱਥੇ ਉਹਨੇ ਟਰੈਵਲ ਕੀਤਾ, ਨਾਰਥ ਅਫਰੀਕਾ ਦੇ ਵਿੱਚ, ਵੈਸਟ ਏਸ਼ੀਆ ਦੇ ਵਿੱਚ, ਪਾਰਟਸ ਆਫ ਸੈਂਟਰਲ ਏਸ਼ੀਆ। ਤਾਂ ਜਿੰਨਾ ਵੀ ਯਾਨੀ ਕਿ ਉਹ ਘੁੰਮ ਕੇ ਆਇਆ ਸੀਗਾ, ਲਾਸਟ 'ਚ ਇਹਨਾਂ ਨੇ ਦੱਸਿਆ ਕਹਿੰਦੇ ਜਦੋਂ ਨੇਟਿਵ ਲੈਂਡ ਮੋਰੱਕੋ ਜਾਂਦਾ ਤਾਂ ਵੈਨ ਹੀ ਰਿਟਰਨ ਹੀ ਲੋਕਲ ਰੂਲਰਸ ਇਸ਼ੂਡ ਇੰਸਟਰਕਸ਼ਨ ਦੈਟ ਹੀਜ਼ ਸਟੋਰੀਜ਼ ਬੀ ਰਿਕਾਰਡਡ। ਤਾਂ ਦੇਖੋ ਇਹਨਾਂ ਨੇ ਇੱਥੇ ਸਾਰਾ ਕਲੀਅਰ ਕਰਤਾ, ਕਹਿੰਦੇ ਵੀ ਜਿਹੜੇ ਉੱਥੋਂ ਦਾ ਲੋਕਲ ਰੂਲਰ ਸੀਗਾ, ਜੋ ਵੀ ਕਿੰਗ ਸੀਗਾ ਕਿੱਥੋਂ ਦਾ, ਮੋਰੱਕੋ ਦਾ, ਤਾਂ ਉਹ ਕੀ ਦਿੰਦਾ, ਇੰਸਟਰਕਸ਼ਨ ਦਿੰਦਾ ਵੀ ਜਿਹੜੀਆਂ ਵੀ ਇਹਦੀ ਸਟੋਰੀਜ਼ ਨੇ, ਜੋ ਵੀ ਜਿੰਨਾ ਵੀ ਇਹ ਯਾਤਰਾ ਕਰਕੇ ਉਹਨੂੰ ਸਾਰਿਆਂ ਨੂੰ ਰਿਕਾਰਡ ਕੀਤਾ ਜਾਵੇ। ਸੋ ਉਸ ਤੋਂ ਬਾਅਦ ਅੱਜ ਆਪਾਂ ਗੱਲ ਕਰਾਂਗੇ ਫਰੈਂਕਿਸਿਕ ਬੈਰੀਨਰ। ਹੁਣ ਫਰੈਂਕਿਸਿਕ ਜਿਹੜਾ ਬੈਰੀਨਰ ਸੀਗਾ ਯਾਨੀ ਕਿ ਕਿੱਥੋਂ ਦਾ ਰਹਿਣ ਵਾਲਾ ਸੀਗਾ? ਫਰਾਂਸ ਦਾ, ਯੂਰਪੀਅਨ ਸੀਗਾ। ਯਾਨੀ ਕਿ ਇਸ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਡਾਕਟਰ ਵਿਦ ਡਿਫਰੈਂਸ ਕਿ ਯਾਨੀ ਕਿ ਜਿਹੜਾ ਸੀਗਾ ਬੈਰੀਨਰ ਇਹ ਕੌਣ ਸੀਗਾ? ਇੱਕ ਡਾਕਟਰ ਸੀਗਾ, ਚਿਕਿਤਸਕ, ਯਾਨੀ ਕਿ ਇੱਕ ਤਰਕ ਦੇ ਆਧਾਰ 'ਤੇ ਸੋਚਣ ਵਾਲਾ। ਸੋ ਜਿਹੜਾ ਬੈਰੀਨਰ ਦਾ ਮੇਨ ਇੰਪੋਰਟੈਂਟ ਇਹ ਪਾਰਟ ਆਪਣਾ ਉਹ ਸੈਕਿੰਡ ਇੱਥੋਂ ਸਟਾਰਟ ਹੁੰਦਾ। ਬਟ ਆਪਾਂ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਗੱਲ ਕਰ ਲਈਏ ਵੀ ਕਿਹੜੇ ਕੌਣ ਇੰਡੀਆ ਦੇ ਵਿੱਚ ਆਇਆ, ਠੀਕ ਹੈ, ਕਿਵੇਂ ਦੀ ਸਿਚੁਏਸ਼ਨ ਸੀ, ਕਿੰਨੇ ਜਿਹੜੇ ਇੰਡੀਆ ਦੇ ਟੈਕਸਟ ਸੀਗੇ, ਠੀਕ ਹੈ, ਉਹਨੂੰ ਟਰਾਂਸਲੇਟ ਕਰਨਾ ਕਿੰਨੇ ਸਟਾਰਟ ਕੀਤਾ, ਅਤੇ ਫਿਰ ਬੈਰੀਨਰ ਨੇ ਕੀ ਕੰਮ ਕੀਤਾ ਇੰਡੀਆ ਦੇ ਵਿੱਚ ਆ ਕੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਨ ਦੀ ਪੋਰਤਗੀਜ਼ ਅਰਾਈਵਡ ਇੰਡੀਆ ਇਨ ਸਿੱਧੇ ਤੁਹਾਨੂੰ ਦੱਸ ਦਿੰਦਾ ਵੀ ਇਹਦੇ ਵਿੱਚ ਸਿੰਪਲ ਕੀ ਹੈ। ਕਹਿੰਦੇ ਜਦੋਂ ਸਭ ਤੋਂ ਪਹਿਲਾਂ 1500 ਈਸਵੀ ਦੇ ਵਿੱਚ ਇੰਡੀਆ ਦੇ ਵਿੱਚ ਕੌਣ ਆਏ ਸੀਗੇ? ਪੁਰਤਗੀਜ਼ ਆਏ, ਠੀਕ ਹੈ। ਤਾਂ ਪੁਰਤਗੀਜ਼ ਨੇ ਜਦੋਂ ਆਏ, ਉਹਨਾਂ ਨੇ ਜਿਹੜੇ ਅਕਾਊਂਟ ਰਿਗਾਰਡਿੰਗ ਸੀਗੇ ਇੰਡੀਆ ਦੀ ਸੋਸ਼ਲ ਲਾਈਫ, ਕਸਟਮ ਲਾਈਫ, ਰਿਲੀਜੀਅਸ ਪ੍ਰੈਕਟਿਸ ਦੇ ਉੱਤੇ ਉਹਨਾਂ ਨੇ ਕਾਫੀ ਜ਼ਿਆਦਾ ਪ੍ਰੈਕਟਿਸ ਕੀਤੀ ਉਹਨਾਂ ਨੂੰ ਪੜ੍ਹਨ ਦੇ ਵਿੱਚ। ਤਾਂ ਉਸ ਤੋਂ ਬਾਅਦ ਕਹਿੰਦੇ ਪਹਿਲਾ ਜਿਹੜਾ ਬੰਦਾ ਹੋਇਆ ਸੀਗਾ ਕੌਣ? ਜੈਸਿਸਟ ਰੋਬਰਟੋ ਨੋਬਿਲੀ। ਇਹਨੇ ਕੀ ਕੀਤਾ ਸੀਗਾ? ਇਹਨੇ ਮੇਨ ਕੰਮ ਕੀ ਕੀਤਾ ਸੀਗਾ ਜਿਹੜਾ ਸਭ ਤੋਂ ਵੈਰੀ ਇੰਪੋਰਟੈਂਟ ਹੈ, ਕਈ ਵਾਰੀ ਸ਼ੋਰਟ ਨੋਟ ਦੇ ਵਿੱਚ ਪੁੱਛਿਆ ਜਾਂਦਾ ਵੀ ਟਰਾਂਸਲੇਟ ਕੀਤਾ ਸੀ ਇਹਨੇ ਇੰਡੀਅਨ ਟੈਕਸਟ ਇਨਟੂ ਯੂਰਪੀਅਨ ਲੈਂਗੁਏਜ ਦੇ ਵਿੱਚ। ਸਭ ਤੋਂ ਪਹਿਲਾਂ ਕਹਿੰਦੇ ਕਿ ਇਹ ਜਿਹੜੇ ਰੋਬਰਟੋ ਨੋਬਿਲੀ ਸੀਗਾ
ਉਹਨੇ ਇੰਡੀਆ ਦੇ ਜਿਹੜੇ ਟੈਕਸਟ ਸੀਗੇ ਉਹਨੂੰ ਯੂਰਪੀਅਨ ਲੈਂਗੁਏਜ ਦੇ ਵਿੱਚ ਟਰਾਂਸਲੇਟ ਕੀਤਾ ਸੀ। ਅਮੰਗ ਦੀ ਬੈਸਟ ਨਾਉਨ ਆਫ ਪੁਰਤਗੀਜ਼ ਰਾਈਟਰ ਇਜ਼ ਦੁਆਰਤੇ ਬਾਰਬੋਸਾ। ਇਹ ਵੀ ਵੈਰੀ ਇੰਪੋਰਟੈਂਟ ਲਾਈਨ ਨੇ, ਕਹਿੰਦੇ ਸਭ ਤੋਂ ਜਿਹੜਾ ਬੈਸਟ ਯਾਨੀ ਕਿ ਸਭ ਤੋਂ ਜਿਹੜਾ ਵਧੀਆ ਪੁਰਤਗੀਜ਼ ਰਾਈਟਰ ਕਿਹਨੂੰ ਮੰਨਿਆ ਗਿਆ, ਦੁਆਰਤੇ ਬਾਰਬੋਸਾ ਨੂੰ। who wrote a detailed account of trade society in South Africa later after 16 to find growing number of Dutch, English and French traveller coming to India। ਫਿਰ ਉਸ ਤੋਂ ਬਾਅਦ ਕਹਿੰਦੇ ਕੀ ਹੋਇਆ, ਜਿਸ ਨੇ ਕਾਫੀ ਡਿਟੇਲ ਦਿੱਤੀ ਹੈ ਟ੍ਰੇਡ ਦੇ ਬਾਰੇ, ਸੁਸਾਇਟੀ ਦੇ ਬਾਰੇ ਸਾਊਥ ਇੰਡੀਆ ਦੇ ਵਿੱਚ ਰਹਿ ਕੇ। ਤਾਂ ਉਸ ਤੋਂ ਬਾਅਦ ਕਹਿੰਦੇ 1600 ਈਸਵੀ ਦੇ ਵਿੱਚ ਫਿਰ ਕੀ ਹੋ ਗਿਆ, ਡੱਚ ਆ ਗਏ, ਫਿਰ ਇੰਗਲਿਸ਼ ਆ ਗਏ, ਫਿਰ ਫਰੈਂਚ ਟਰੈਵਲਰ ਨੇ ਜਿਹੜੇ ਉਹ ਕਿੱਥੇ ਆਏ ਗਏ, ਇੰਡੀਆ ਦੇ ਵਿੱਚ। ਵਨ ਆਫ ਦੀ ਮੋਸਟ ਫੇਮਸ ਵਾਜ਼ ਦੀ ਫਰੈਂਚ ਜਵੈਲਰ ਜੀਨ ਬੈਪਟਿਸਟੇ ਟਾਵੈਰਿਨਰ ਵੂ ਟਰੈਵਲਡ ਇੰਡੀਆ ਲਿਸਟ 60 ਟਾਈਮ। ਹੁਣ ਕਹਿੰਦਾ ਸੀਗਾ ਜਿਹੜੇ ਕੀ ਕਹਿੰਦਾ ਫਰੈਂਚ ਜਵੈਲਰ ਸੀਗਾ ਇੱਕ, ਕੌਣ ਸੀਗਾ, ਜੀਨ ਬੈਪਟਿਸਟੇ, ਜਿਹੜਾ ਕਿੰਨੀ ਟਾਈਮ ਆਇਆ ਸੀਗਾ, 6 ਟਾਈਮ ਇੰਡੀਆ ਦੇ ਵਿੱਚ ਜਿਹਨੇ ਵਿਜ਼ਿਟ ਕੀਤਾ ਸੀਗਾ ਲਾਸਟ। ਹੀ ਵਾਜ਼ ਪਾਰਟੀਕੂਲਰਲੀ ਫੈਸੀਨੇਟਡ ਵਿਦ ਦਾ ਟ੍ਰੇਡਿੰਗ ਕੰਡੀਸ਼ਨ ਇਨ ਇੰਡੀਆ ਐਂਡ ਕੰਪੇਅਰਡ ਇੰਡੀਆ ਈਰਾਨ ਟੂ ਓਟੋਮਨ ਅੰਪਾਇਰ। ਕਹਿੰਦੇ ਕਿ ਇਹ ਜਿਹੜਾ 6 ਟਾਈਮ ਆਇਆ ਤਾਂ ਇਹਨੇ ਕੀ ਕੀਤਾ ਸੀਗਾ, ਇੰਡੀਆ ਨੂੰ, ਜਿਹੜੀ ਇੰਡੀਆ ਦੀ ਉਸ ਟਾਈਮ ਦੀ ਟਰੈਡ ਨੂੰ ਲੈ ਕੇ ਜਿਹੜੀ ਕੰਡੀਸ਼ਨ ਸੀਗੀ ਇੰਡੀਆ ਦੀ, ਉਹਨੂੰ ਕੰਪੇਅਰ ਕੀਤਾ ਇਹਨੇ ਆਟੋਮਨ ਅੰਪਾਇਰ ਦੇ ਨਾਲ ਜਾਂ ਈਰਾਨ ਦੇ ਨਾਲ ਵੀ ਕਹਿ ਸਕਦੇ ਹੋ ਤੁਸੀਂ। ਸਮ ਆਫ ਦੀਜ਼ ਟਰੈਵਲਰ ਲਾਈਕ ਇਟਾਲੀਅਨ ਡਾਕਟਰ ਮੈਕੋਨੀ ਐਂਡ ਰਿਟਰਨ ਯੂਰਪਨ ਸੈਟਲ ਡਾਊਨ ਆਫ ਇਨ ਇੰਡੀਆ। ਉਸ ਤੋਂ ਇਲਾਵਾ ਵੀ ਕਹਿੰਦੇ ਕਈ ਜਿਹੜੇ ਸੀਗੇ ਇਟਾਲੀਅਨ ਡਾਕਟਰ ਵਗੈਰਾ ਸੀਗੇ ਇੰਡੀਆ ਦੇ ਵਿੱਚ ਆ ਕੇ ਰਹਿਣ ਲੱਗੇ, ਇੰਡੀਆ ਦੇ ਵਿੱਚ ਸੈਟਲ ਡਾਊਨ ਯਾਨੀ ਕਿ ਸੈੱਟ ਹੋ ਚੁੱਕੇ ਸੀ। ਹੁਣ ਆਪਾਂ ਮੇਨ ਗੱਲ ਕਰਦੇ ਹਾਂ ਆਪਾਂ ਆਪਣੇ ਫ੍ਰਾਂਕੋਇਸ ਬੈਰੀਨਰ। ਆ ਫਰੈਂਚਮੈਨ ਵਾਜ਼ ਆ ਡਾਕਟਰ, ਪੋਲੀਟੀਕਲ ਫਿਲੋਸਫਰ ਐਂਡ ਹਿਸਟੋਰੀਅਨ। ਸਟਾਰਟਿੰਗ 'ਚ ਤੁਹਾਨੂੰ ਦੱਸਤਾ ਸੀਗਾ ਫ੍ਰਾਂਕੋਇਸ ਬੈਰੀਨਰ ਜਿਹੜਾ ਕੋਲ ਸੀਗਾ ਫਰੈਂਚਮੈਨ ਸੀ, ਜਾਣੀ ਕਿ ਫਰੈਂਚ ਦਾ ਰਹਿਣ ਵਾਲਾ ਸੀਗਾ, ਡਾਕਟਰ ਸੀਗਾ, ਚਿਕਿਤਸਕ ਅਤੇ ਹਿਸਟੋਰੀਅਨ ਵੀ ਸੀ। ਲਾਈਕ ਮੈਨੀ ਅਦਰ ਸੀ ਕੈਮ ਟੂ ਦ ਮੁਗਲ ਅੰਪਾਇਰ। ਹੁਣ ਇੱਥੇ ਥੋੜ੍ਹੀ ਜਿਹੀ ਆਪਾਂ ਨੂੰ ਮੁਗਲ ਹਿਸਟਰੀ ਦੇ ਉੱਪਰ ਨਜ਼ਰ ਮਾਰਾਂਗੇ, ਕਿਉਂਕਿ ਇਹ ਕਦੋਂ ਆਇਆ ਸੀਗਾ, ਉਸ ਟਾਈਮ ਦੇ ਵਿੱਚ ਜਦੋਂ 1526 ਦੇ ਵਿੱਚ ਬਾਬਰ ਨੇ ਆਪਣੀ ਮੁਗਲ ਦੀ ਜਦੋਂ ਨੀਂਹ ਰੱਖਦੀ ਸੀ, ਮੁਗਲ ਅੰਪਾਇਰ ਜਦੋਂ ਸਟਾਰਟ ਕਰਤਾ ਸੀਗਾ, ਤਾਂ ਉਸ ਟਾਈਮ ਦੇ ਵਿੱਚ ਜਿਹੜਾ ਫ੍ਰਾਂਕੋਇਸ ਬੈਰੀਨਰ ਹੈ ਯਾਨੀ ਕਿ ਮੁਗਲ ਅੰਪਾਇਰ ਚੱਲਦਾ ਹੁੰਦਾ 17ਵੀਂ ਸੈਂਚਰੀ ਦੇ ਵਿੱਚ। 1526 ਤੋਂ ਲੈ ਕੇ 1707 ਤੱਕ ਗੱਲ ਕਰ ਲਈਏ ਜਾਂ 1757 ਤੱਕ ਗੱਲ ਕਰ ਲਈਏ ਤਾਂ ਸਾਰਾ ਕੀ ਸੀਗਾ, ਮੁਗਲ ਅੰਪਾਇਰ ਸੀਗਾ। ਪਰ ਮੇਨ ਆਪਾਂ ਗੱਲ ਕਰਦੇ ਹਾਂ 1707 ਤੱਕ, ਕਿਉਂਕਿ 1707 ਤੱਕ ਜਿਹੜਾ ਰਾਜ ਸੀਗਾ ਉਹ ਮੁਗਲ ਅੰਪਾਇਰ ਦਾ ਕਾਫੀ ਹੱਦ ਤੱਕ ਬਣਿਆ ਰਿਹਾ ਸੀ। ਸੋ ਹੁਣ ਕੌਣ ਸੀਗਾ, ਕਿਹਦੇ ਟਾਈਮ ਆਇਆ ਸੀਗਾ, ਸਰਚ ਆਫ ਦੀ ਅਪੋਰਚੁਨਿਟੀ ਹੀ ਵਾਜ਼ ਇੰਡੀਆ ਟੂ 12 ਈਅਰਸ। ਹੁਣ ਇਹ 12 ਸਾਲ ਕਹਿੰਦੇ ਇੰਡੀਆ ਦੇ ਵਿੱਚ ਰਿਹਾ, ਇਹਨੇ ਵਿਜ਼ਿਟ ਕੀਤਾ। ਫਰੋਮ ਕਿਹੜੇ ਸੀਗੇ, ਵੈਰੀ ਇੰਪੋਰਟੈਂਟ, 1656 ਤੋਂ ਲੈ ਕੇ 1668 ਤੱਕ। ਹੀ ਵਾਜ਼ ਕਲੋਜ਼ਲੀ ਅਪੋਇੰਟਡ ਵਾਜ਼ ਦੀ ਮੁਗਲ ਕੋਟਾ ਫਿਜ਼ਿਕਸ਼ਨ ਆਫ ਦੀ ਪ੍ਰਿੰਸ ਦਾਰਾ ਸ਼ਿਕੋ। ਵੈਰੀ ਇੰਪੋਰਟੈਂਟ ਹੈ ਜੀ, ਕਈ ਵਾਰੀ ਪੁੱਛਿਆ ਜਾਂਦਾ ਵੀ ਇਹ ਕਿਹਦੇ ਟਾਈਮ ਦੇ ਵਿੱਚ ਆਇਆ ਸੀਗਾ, ਤਾਂ ਪ੍ਰਿੰਸ ਦਾਰਾ ਸ਼ਿਕੋ ਜਿਹੜਾ ਐਲਡੈਸਟ ਸਨ ਆਫ ਅੰਪਾਇਰ ਸ਼ਾਹਜਹਾਨ, ਠੀਕ ਹੈ ਜੀ, ਸ਼ਾਹਜਹਾਨ ਦੇ ਟਾਈਮ ਦੇ ਵਿੱਚ ਜਾਣੀ ਕਿ ਆਇਆ ਸੀਗਾ। ਹੁਣ ਦਾਰਾ ਸ਼ਿਕੋ ਕੀ ਸੀਗਾ, ਦਾ ਐਲਡੈਸਟ ਜਾਣੀ ਕਿ ਇਹਦਾ ਇੱਕ ਪੁੱਤਰ ਸੀ। ਤਾਂ ਇੱਥੇ ਆਪਾਂ ਇੱਕ ਹੋਰ ਗੱਲ ਕਰਾਂਗੇ ਥੋੜ੍ਹੀ ਜਿਹੀ, ਜਾਣੀ ਕਿ ਇੱਦੋਂ ਪਰਾਂ ਹਟ ਕੇ ਵੀ ਦਾਰਾ ਸ਼ਾਹਜਹਾਨ ਦਾ 2 ਬੇਟੇ ਸੀਗੇ, ਇੱਕ ਸੀਗੇ ਦਾਰਾ ਸ਼ਿਕੋ ਅਤੇ ਦੂਸਰਾ ਕੌਣ ਸੀਗਾ, ਔਰੰਗਜ਼ੇਬ, ਠੀਕ ਹੈ ਜੀ। ਹੁਣ ਔਰੰਗਜ਼ੇਬ ਕੀ ਕਰਦਾ ਹੈ, ਉਹਨੂੰ ਪਤਾ ਲੱਗਦਾ ਵੀ ਜਿਹੜੀ ਸ਼ਾਹਜਹਾਨ ਹੈ ਉਹ ਆਪਣਾ ਜਿੰਨਾ ਵੀ ਰਾਜ ਭਾਗ ਜਾਂ ਜਿੰਨਾ ਵੀ ਐਂਪਰਰ ਹੈ ਉਹ ਸਾਰਾ ਕਿਹਨੂੰ ਦੇਣ ਜਾ ਰਿਹਾ, ਦਾਰਾ ਸ਼ਿਕੋ ਨੂੰ। ਤਾਂ ਔਰੰਗਜ਼ੇਬ ਨੂੰ ਸਮਝਦਾ ਵੀ ਮੈਨੂੰ ਤਾਂ ਇਹਦੇ ਵਿੱਚ ਕੁਛ ਨਹੀਂ ਮਿਲੇਗਾ, ਤਾਂ ਫਿਰ ਕੀ ਕਰਦਾ, ਉਹ ਦਾਰਾ ਸ਼ਿਕੋ ਨੂੰ ਹਰਾ ਦਿੰਦਾ, ਠੀਕ ਹੈ। ਦੋਨੋਂ ਸਕੇ ਭਰਾ ਹੁੰਦੇ ਨੇ, ਬਟ ਉਹਨੂੰ ਦਾਰਾ ਸ਼ਿਕੋ ਨੂੰ ਹਰਾ ਕੇ ਉਹਦੀ ਮੌਤ ਕਰ ਦਿੰਦਾ, ਉਹਨੂੰ ਮਾਰ ਦਿੰਦਾ। ਉਸ ਤੋਂ ਬਾਅਦ ਜਿਹੜਾ ਸ਼ਾਹਜਹਾਂ ਹੁੰਦਾ ਉਸ ਨੂੰ ਪਿੰਜਰੇ ਦੇ ਵਿੱਚ ਜਾਣੀ ਕਿ ਆਪਣੀ ਜੇਲ੍ਹ ਦੇ ਵਿੱਚ, ਕੈਦਖਾਨੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ। ਅਤੇ ਜਿੰਨੀ ਵੀ ਸਾਰਾ ਐਂਪਰਰ ਹੁੰਦਾ, ਜਿੰਨਾ ਵੀ ਰਾਜ ਭਾਗ ਹੁੰਦਾ, ਉਹ ਸਾਰਾ ਆਪ ਦੇ ਅੰਡਰ ਲੈ ਲੈਂਦਾ। ਸੋ ਇਸ ਤੋਂ ਬਾਅਦ ਗੱਲ ਐਂਪਰਰ ਸ਼ਾਹਜਹਾਨ ਐਂਡ ਲੇਟਰ ਐਜ਼ ਦੀ ਇੰਟਲੈਕਚੁਅਲ ਐਂਡ ਦੀ ਸਾਇੰਟਿਸਟ ਵਿਦ ਦੀ ਡਾਇਨੈਸਟਡ ਖਾਨ ਆਫ ਦੀ ਅਮਰੀਕਨ ਹਰਮੈਨੀਅਮ ਨੋਬਲ ਆਫ ਦੀ ਮੁਗਲ ਕੋਰਟ। ਤਾਂ ਇਸ ਤੋਂ ਬਾਅਦ ਇਹਨੇ ਦੱਸਿਆ ਕਿ ਮੈਂ ਇੱਕ ਸਾਇੰਟਿਸਟ ਦੇ ਤੌਰ 'ਤੇ ਜਾਂ ਨੋਬਲਾਂ ਦੇ ਮੁਗਲ ਕੋਰਟ ਦੇ ਵਿੱਚ ਜਦੋਂ ਆਇਆ ਸੀ ਤਾਂ ਸਾਰੇ ਜਿੰਨਾ ਵੀ ਉਸ ਦੇ ਵਿੱਚ ਜੋ ਵੀ ਕੰਮਕਾਰ ਚੱਲਦਾ ਸੀਗਾ, ਸਾਰੀ ਉਹਦੀ ਕੰਡੀਸ਼ਨ ਨੂੰ ਇਹਨੇ ਦੇਖਿਆ ਸੀਗਾ। ਸੋ ਇਹ ਕੰਪੇਅਰਿੰਗ ਈਸਟ ਟੂ ਵੈਸਟ ਐਂਡ ਵੈਸਟ, ਵੈਸੇ ਕਰਨ ਦੀ ਲੋੜ ਨਹੀਂ, ਤੁਹਾਨੂੰ ਐਂ ਦੱਸ ਦਿੰਦਾ ਵੀ ਇਹਨੇ ਕੀ ਕੀਤਾ ਸੀਗਾ, ਕੰਪੇਅਰ ਕੀਤਾ ਸੀਗਾ। ਮੇਨ ਕੰਪੇਅਰਿੰਗ ਦੇ ਦੱਸ ਦੇਣਾ ਵੀ ਜਦੋਂ ਵੀ ਇੰਡੀਆ ਦੇ ਵਿੱਚ ਇਹਨੇ ਟਰੈਵਲ ਕੀਤਾ ਸਾਰੇ ਪਾਰਟ ਦੇ ਵਿੱਚ, ਜਿੱਥੇ ਵੀ ਗਿਆ ਇੰਡੀਆ ਦੀ ਸਿਚੁਏਸ਼ਨ ਨੂੰ ਲੈ ਕੇ, ਤਾਂ ਜਦੋਂ ਇਹ ਵਾਪਸ ਜਾਂਦਾ ਤਾਂ ਇਹਨੇ ਆਪਣੇ ਯੂਰਪ ਦੇ ਵਿੱਚ ਜਾ ਕੇ ਇੰਡੀਆ ਨੂੰ ਯੂਰਪ ਦੇ ਨਾਲ ਕੰਪੇਅਰ ਕੀਤਾ ਸੀਗਾ ਵੀ ਯੂਰਪ ਦੀ ਕੰਡੀਸ਼ਨ ਨੂੰ ਲੈ ਕੇ ਅਤੇ ਇੰਡੀਆ ਦੀ ਕੰਡੀਸ਼ਨ ਨੂੰ ਲੈ ਕੇ ਸਾਰਾ ਉਸ ਦੇ ਉੱਪਰ ਇਹਨੇ ਗੱਲਬਾਤ ਦੱਸੀ ਸੀ। ਸੋ
ਉਸ ਤੋਂ ਬਾਅਦ ਆ ਜਾਓ ਤੁਸੀਂ ਬੈਰੀਨਰਸ ਵਰਕ ਫਰੋਮ ਪਬਲਿਸ਼ਡ ਫਰਾਂਸ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਹਿੰਦੇ 1670 ਤੋਂ ਲੈ ਕੇ 71 ਤੱਕ ਜਿਹੜੇ ਜੋ ਵੀ ਇਹਦੇ ਅਕਾਊਂਟ ਮਿਲੇ ਨੇ, ਠੀਕ, ਉਹਨੂੰ ਉਸਨੇ ਟਰਾਂਸਲੇਟ ਕੀਤਾ ਸੀਗਾ, ਠੀਕ ਹੈ। ਇਹਦੇ ਵਿੱਚ ਕੀਤਾ ਇੰਗਲਿਸ਼ ਦੇ ਵਿੱਚ, ਫਿਰ ਡੱਚ ਦੇ ਵਿੱਚ, ਫਿਰ ਜਰਮਨ ਦੇ ਵਿੱਚ, ਇਟਾਲੀਅਨ ਦੇ ਵਿੱਚ। ਨੈਕਸਟ 5 ਈਅਰ 5 ਸਾਲ ਜਿਹੜੇ ਆਉਣ ਵਾਲੇ ਸੀਗੇ ਉਹਦੇ ਵਿੱਚ ਇਹਦੇ ਜਿੰਨੇ ਵੀ ਰਿਕਾਰਡ ਮਿਲਦੇ ਨੇ, ਟੈਕਸਟ ਮਿਲਦੇ ਨੇ, ਉਹਨਾਂ ਨੂੰ ਟਰਾਂਸਲੇਟ ਕੀਤਾ ਜਾਂਦਾ। ਸੋ 1670 ਤੋਂ ਲੈ ਕੇ 1725 ਤੱਕ ਅਕਾਊਂਟ ਰਿਪਰੈਜ਼ੈਂਟ 8 ਟਾਈਮ, ਠੀਕ ਹੈ। ਫਰੈਂਚ ਦੇ ਵਿੱਚ ਤਾਂ ਕਹਿੰਦੇ 1670 ਤੋਂ ਲੈ ਕੇ 1725 ਤੱਕ ਜਿਹੜੇ ਇਸ ਦੇ ਅਕਾਊਂਟ ਸੀਗੇ ਜਿੰਨੇ ਵੀ ਇਹਨੇ ਲਿਖੇ ਉਹ 8 ਟਾਈਮ ਕਿਹਦੇ ਵਿੱਚ ਰਿਕਾਰਡ ਕੀਤੇ ਗਏ, ਫਰੈਂਚ ਦੇ ਵਿੱਚ। ਐਂਡ ਬਾਈ 1684 ਤੋਂ ਲੈ ਕੇ 3.3 ਟਾਈਮ ਇੰਗਲਿਸ਼ ਦੇ ਵਿੱਚ, ਠੀਕ ਹੈ ਜੀ। ਮਾਰਕੀਟ ਕੰਸਟਰਕਸ਼ਨ ਅਕਾਊਂਟ ਜਾਂ ਅਰਬਿਕ ਐਂਡ ਪਰਸ਼ਨ ਕਾਹਦੇ ਵਿੱਚ ਮਿਲਦੇ ਨੇ ਆਪਾਂ ਨੂੰ, ਅਰਬੀ ਦੇ ਪਰਸ਼ਨ ਦੇ ਵਿੱਚ। ਪਬਲਿਸ਼ ਮੈਨੂਸਕ੍ਰਿਪਟ ਉਹਦੀ ਜਨਰਲੀ ਪਬਲਿਸ਼ਡ ਬਿਫੋਰ 1800, ਬਟ ਉਸ ਟਾਈਮ ਦੇ ਵਿੱਚ ਕਹਿੰਦੇ ਕਿ ਮੈਨੂਸਕ੍ਰਿਪਟ ਜਿਹੜੀਆਂ ਸੀਗੀਆਂ ਉਹ ਲਿਖੀ ਜਾਂਦੀ ਸੀ, ਯਾਨੀ ਕਿ ਹੱਥ ਦੇ ਨਾਲ ਜ਼ਿਆਦਾ ਤੌਰ 'ਤੇ ਲਿਖਿਆ ਜਾਂਦਾ ਸੀਗਾ। 1800 ਦੇ ਵਿੱਚ ਦੀ ਗੱਲ ਕਰਦਾ ਹੈ। ਤਾਂ ਇਸ ਦੇ ਮੇਨ ਇੱਕ ਜਿਹੜੀ ਇਹਨੇ ਇੰਪੋਰਟੈਂਟ ਚੀਜ਼ ਕੀ ਦੱਸਿਆ ਨੇ, ਕਹਿੰਦੇ ਬੈਰੀਨਰ ਆਫਟਨ ਟਰੈਵਲਰ ਵਿਦ ਦੀ ਆਰਮੀ ਦੀ ਐਕਸਪਰਟ ਆਫ ਦੀ ਕੰਸਟਰਕਸ਼ਨ ਆਫ ਦੀ ਆਰਮੀ ਮਾਰਚ ਆਫ ਦੀ ਕਸ਼ਮੀਰ। ਤਾਂ ਹੁਣ ਮੁਗਲ ਆਰਮੀ ਸੀ ਜਿਹੜੀ ਉਹਨੂੰ ਇਹ ਕਿਵੇਂ ਲੜਦੀ, ਉਹਦੇ ਬੱਚਿਆਂ ਨੇ ਸਾਰੀ ਗੱਲ ਕੀਤੀ ਹੈ ਵੀ ਜਦੋਂ ਮੁਗਲ ਲੜਨ ਦੇ ਜਾਂਦੇ ਸੀ ਤਾਂ ਉਹਨਾਂ ਦੇ ਨਾਲ ਜਾਂਦਾ ਸੀ, ਦੇਖਦਾ ਸੀ ਕਿ ਉਹ ਕਿੱਦਾਂ ਲੜਦੇ ਨੇ, ਕਿੱਦਾਂ ਯੁੱਧ ਦੇ ਵਿੱਚ ਆਪਣੀ ਵੀਰਤਾ ਜਿਹੜੀ ਉਹ ਦਿਖਾਉਂਦੇ ਨੇ। ਤਾਂ ਉਹ ਚੀਜ਼ ਇਹਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ, ਠੀਕ ਹੈ, ਆਰਮੀ। ਸੋ ਥੈਂਕ ਯੂ।